सब तो पहला तो उन्होंने ये गल कही है कि श्री गुरु ग्रंथ साहिब की बेहुरमतियां बेअदबी ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਦੇ ਪਿੱਛੇ ਡੇਰਾ ਸੌਦਾ ਸਿਰਸਾ ਸਾਧ ਦਾ ਹੱਥ ਹੈ। ਬਾਈਬਲ ਕਲਾਂ ਜਾਂ ਫਰੀਦਕੋਟ ਵਿੱਚ ਜਿਹੜੀ ਗੋਲੀ ਚੱਲੀ ਜਿਹਦੇ ਵਿੱਚ 2 ਸਿੰਘ ਸ਼ਹੀਦ ਹੋਏ ਸਨ, ਉਹਨਾਂ ਲਈ ਜ਼ਿੰਮੇਵਾਰ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇਂ ਦੇ ਪੁਲਿਸ ਮੁਖੀ ਸਮੇਤ ਸੈਣੀ। ਤੇ ਬਾਈਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਲਈ तत्काली मुख्यमंत्री प्रकाश सिंह बादल ते समेत सिंह सैनी नूं जिम्मेवार मन्निया जाऊगा। समेत सिंह सैनी जिहड़े उस वेले DGP सीगे, स्वरूप चोरी होए सीगे, जिन्हां दे अंग नालियां विच खिंडरे होए मिले सन ते जो जांच आई सी उहदे विच सामने आया सी कि ये सारा कुछ जिहड़ा आ साजिश सी डेरा सिरसा साध दी। जस्टिस रणजीत सिंह की पुस्तक पूरी तरह पढ़न तो बाद जिहड़ी इत्ते लंबी चर्चा हो सकेगी, पर हुण जिहड़े उन्होंने 4 अहम मुद्दे उठाए आ ਉਹ ਤੁਹਾਡੇ ਸਾਹਮਣੇ ਸਰਕਾਰਾਂ ਸਾਹਮਣੇ ਨਿਆਂਪਾਲਿਕਾ ਸਾਹਮਣੇ ਇੱਕ ਵੱਡਾ ਸਵਾਲ ਖੜਾ ਕਰਦੇ ਆ। ਕੱਲ ਜਦੋਂ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਹਨਾਂ ਦਾ ਜਿਹੜਾ ਚਿਹਰਾ ਆ ਉਹ ਪੂਰੀ ਤਰ੍ਹਾਂ ਉਤਰਿਆ ਹੋਇਆ ਸੀ। ਉਹਨਾਂ ਨੇ ਇਹ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਆਏ ਸੇ 5 ਜਨਵਰੀ ਨੂੰ ਫਿਰੋਜ਼ਪੁਰ ਫੇਰੀ ਵੇਲੇ ਉਹਨਾਂ ਦੀ ਸੁਰੱਖਿਆ 'ਚ ਕੋਤਾਹੀ ਰਹੀ ਜਾਂ ਉਹਨਾਂ ਦਾ ਵਾਪਸ ਜਿਹੜਾ ਮੁੜ ਜਾਣਾ, ਉਹ ਸਾਰੇ ਕੁਝ ਦਾ ਖਮਿਆਜਾ ਭੁਗਤਣਾ ਪਿਆ। ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਚੋਣਾਂ ਵਿੱਚ ਜਿਹੜੇ ਪੇਪਰ ਭਰਨ ਤੋਂ ਵੀ ਰੋਕਿਆ ਜਾਣਾ। ਕੀ ਕਿਤੇ ਚਰਨਜੀਤ ਸਿੰਘ ਚੰਨੀ ਨੂੰ ਕੋਈ ਅਜਿਹੀ ਭਿਣਕਤਾ ਨਹੀਂ ਪੈ ਗਈ ਕਿ ਅਗਲੇ ਦਿਨਾਂ ਵਿੱਚ ਜਿਹੜੀ ED ਆ ਉਹਨਾਂ ਦੇ ਘਰ ਦਾ ਦਰਵਾਜ਼ਾ ਵੀ ਖੜਕਾ ਸਕਦੀ ਆ? ਸਤਿ ਸ਼੍ਰੀ ਅਕਾਲ ਜੀ, ਮੈਂ ਕਮਲਜੀਤ ਸਿੰਘ ਬਨਵੈਤ ਆਪਣੇ ਰੋਜ਼ਾਨਾ ਦੇ ਸ਼ੋਅ ਖਾਲਸ ਸਪੈਸ਼ਲ ਵਿੱਚ ਤੁਹਾਡਾ ਸਵਾਗਤ ਕਰਦਾ ਹਾਂ। ਜੀ ਆਇਆਂ, ਖੁਸ਼ ਆਮਦੀਦ। ਪਿਛਲੇ ਕਈ ਦਿਨਾਂ ਤੋਂ ਅਸੀਂ ਚਰਚਾ ਕਰਦੇ ਆ ਰਹੇ ਹਾਂ ਸਿਆਸਤ ਉੱਤੇ, ਚੋਣਾਂ ਨੂੰ ਲੈ ਕੇ, ਪਰ ਅੱਜ ਮੈਂ ਇੱਕ ਵੱਖਰਾ ਵਿਸ਼ਾ ਛੋਹ ਰਿਹਾ ਜਿਹੜਾ ਸਿਆਸੀ ਤਾਂ ਨਹੀਂ, ਪਰ ਜਿਹਨੂੰ ਪਿਛਲੇ ਲੰਬੇ ਸਮੇਂ ਤੋਂ ਰਾਜਨੀਤਿਕ ਰੰਗਤ ਜੂ ਦਿੱਤੀ ਜਾ ਰਹੀ ਆ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਰਣਜੀਤ ਸਿੰਘ ਦੀ ਕੱਲ ਇੱਕ ਪੁਸਤਕ ਰਿਲੀਜ਼ ਹੋਈ ਆ, ਸੈਕਰੀਲੇਜ, ਜਿਹੜੀ ਘਟਨਾਵਾਂ ਨੂੰ ਬਿਆਨ ਕਰਦੀ ਆ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਵੇਲੇ ਵਾਪਰੀਆਂ ਜਾਂ ਉਸ ਤੋਂ ਬਾਅਦ ਜਿਹੜਾ ਗੋਲੀकांड ਵਾਪਰਿਆ ਜਿਹਦੇ ਵਿੱਚ 2 ਸਿੰਘ ਵੀ ਸ਼ਹੀਦ ਹੋਏ। ਪੁਸਤਕ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੱਲ ਕਰਾਂਗੇ ਜਸਟਿਸ ਰਣਜੀਤ ਸਿੰਘ ਨੇ ਜੋ ਬੁੱਕ ਵਿੱਚ ਲਿਖਿਆ ਜਾਂ ਉਹਨਾਂ ਨੇ ਬੁੱਕ ਰਿਲੀਜ਼ ਸਮਾਰੋਹ ਵੇਲੇ ਜੋ ਸੰਖੇਪ ਵਿੱਚ ਕਿਹਾ। ਉਹਨਾਂ ਨੇ 2-3 ਜਿਹੜੇ ਮੁੱਦੇ ਆ ਉਹ ਅਹਿਮ ਉਠਾਏ ਆ ਜਿਹੜਾ ਤੁਹਾਡਾ ਸਭ ਦਾ ਧਿਆਨ ਵੀ ਮੰਗਦੇ ਆ ਤੇ ਸਰਕਾਰਾਂ ਸਮੇਤ ਸਮਾਜ ਦੇ ਜਿਹੜੇ ਕਾਨੇ ਖੋਲ੍ਹਣ ਵਾਲੇ ਆ। ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਇਹ ਗੱਲ ਕਹੀ ਆ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀਆਂ ਬੇਅਦਬੀ ਦੀਆਂ ਘਟਨਾਵਾਂ ਜਿਹੜੀਆਂ ਵਾਪਰੀਆਂ ਉਹਦੇ ਪਿੱਛੇ ਡੇਰਾ ਸੌਦਾ ਸਿਰਸਾ ਸਾਧ ਦਾ ਹੱਥ ਹੈ। ਉਹਦੇ ਨਾਲ ਇੱਕ ਜਿਹੜੀ ਉਹਨਾਂ ਨੇ ਹੋਰ ਵੱਡੀ ਗੱਲ ਕਹੀ ਉਹ ਇਹ ਕਿ ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਬਾਈਬਲ ਕਲਾਂ ਜਾਂ ਫਰੀਦਕੋਟ ਵਿੱਚ ਜਿਹੜੀ ਗੋਲੀ ਚੱਲੀ ਜਿਹਦੇ ਵਿੱਚ 2 ਸਿੰਘ ਸ਼ਹੀਦ ਹੋਏ ਸਨ, ਉਹਨਾਂ ਲਈ ਜ਼ਿੰਮੇਵਾਰ ਨੇ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਉਸ ਸਮੇਂ ਦੇ ਪੁਲਿਸ ਮੁਖੀ ਸਮੇਤ ਸੈਣੀ। ਤੀਜੀ ਗੱਲ ਜਿਹੜੀ ਉਹਨਾਂ ਨੇ ਹੋਰ ਕਹੀ ਵੱਡੀ ਉਹ ਇਹ ਕਿ ਸਾਰਾ ਕੁਝ ਸਾਹਮਣੇ ਆਉਣ ਦੇ ਬਾਵਜੂਦ ਵੀ ਨਾ ਤਾਂ ਨਿਆਂਪਾਲਿਕਾ ਤੇ ਨਾ ਹੀ ਸਰਕਾਰ ਜਿਹੜੀ ਆ ਉਹ ਇਨਸਾਫ ਦੇ ਸਕੀ ਆ। ਸੋ ਪੁਸਤਕ ਕੱਲ੍ਹ ਰਿਲੀਜ਼ ਹੋਈ ਆ, ਉਸ ਨੂੰ ਪੂਰੀ ਤਰ੍ਹਾਂ ਪੜ੍ਹਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਵੇਗੀ। ਪਰ ਇੱਕ ਗੱਲ ਜਿਹੜੀ ਕਰਨ ਵਾਲੀ ਆ ਇਹ ਕਿ ਜਿਹੜੇ ਉਹਨਾਂ ਨੇ 3 ਮੁੱਖ ਨੁਕਤੇ ਉਠਾਏ ਆ, ਆਪਾਂ ਫਿਰ ਮੈਂ ਦੁਹਰਾਦਾ ਕਿ ਇੱਕ ਤਾਂ ਇਹ ਕਿ ਉਹਨਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀ ਦੀਆਂ ਜਿਹੜੀਆਂ ਘਟਨਾਵਾਂ ਵਾਪਰੀਆਂ ਉਹਨਾਂ ਪਿੱਛੇ ਡੇਰਾ ਸਾਧ ਸਿਰਸਾ ਵਾਲੇ ਦਾ ਜਿਹੜਾ ਹੱਥ ਆ ਉਹ ਆ। ਦੂਜਾ ਇਹ ਕਿ ਬਾਈਬਲ ਕਲਾਂ ਗੋਲੀ ਕਾਂਡ ਅਤੇ ਕੋਟਕਪੂਰਾ ਗੋਲੀ ਕਾਂਡ ਲਈ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੇ ਸਮੇਤ ਸਿੰਘ ਸੈਣੀ ਨੂੰ ਜ਼ਿੰਮੇਵਾਰ ਮੰਨਿਆ ਜਾਊਗਾ। ਸਮੇਤ ਸਿੰਘ ਸੈਣੀ ਜਿਹੜੇ ਉਸ ਵੇਲੇ DGP ਸੀਗੇ। ਤੀਜਾ ਉਹਨਾਂ ਨੇ ਇਨਸਾਫ ਦੀ ਗੱਲ ਕੀਤੀ ਕਿ ਲੋਕਾਂ ਨੂੰ ਨਾ ਤਾਂ ਨਿਆਂਪਾਲਿਕਾ ਤੋਂ ਇਨਸਾਫ ਮਿਲਿਆ ਤੇ ਨਾ ਸਰਕਾਰ ਤੋਂ। ਇੱਕ ਜਿਹੜੀ ਚੌਥੀ ਗੱਲ ਉਹਨਾਂ ਨੇ ਹੋਰ ਅਹਿਮ ਕਹੀ ਆ ਉਹ ਇਹ ਕਿ ਬੇਹੁਰਮਤੀ ਦੀਆਂ ਘਟਨਾਵਾਂ ਦੇ ਜਿਹੜਾ ਪਿਛੋਕੜ ਆ ਉਹਨੂੰ ਆਪਾਂ ਸ਼੍ਰੋਮਣੀ ਅਕਾਲੀ ਦਲ ਨਾਲੋਂ ਨਿਖੇੜ ਕੇ ਵੀ ਨਹੀਂ ਦੇਖ ਸਕਦੇ। ਸੋ 4 ਅਹਿਮ ਨੁਕਤੇ ਜਿਹੜੇ ਤੁਹਾਡੇ ਸਾਹਮਣੇ ਆਏ ਆ। ਉਹਨਾਂ ਨੇ ਇੱਕ ਹੋਰ ਗੱਲ ਜਿਹੜੀ ਕਹੀ ਆ ਉਹ ਬੜੀ ਇੱਥੇ ਦੱਸਣਯੋਗ ਆ ਕਿ ਉਹਨਾਂ ਨੇ ਇਹ ਵੀ ਕਿਹਾ ਕਿ ਇਹ ਪੁਸਤਕ ਹੁਣ ਜਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ 1 ਮਹੀਨਾ ਸਮਾਂ ਰਹਿ ਗਿਆ ਉਸ ਵੇਲੇ ਰਿਲੀਜ਼ ਕੀਤੀ ਗਈ ਆ। ਇਹਨੂੰ ਕਿਸੇ ਗਲਤ ਮਨਸ਼ਾ ਨਾਲ ਨਾ ਦੇਖਿਆ ਜਾਵੇ, ਸਗੋਂ ਇਹ ਉਹਨਾਂ ਦੀ ਮਜਬੂਰੀ ਬਣਿਆ ਉਹ ਇਸ ਕਰਕੇ ਕਿ ਪੁਸਤਕ ਤਕਨੀਕੀ ਕਾਰਨਾਂ ਕਰਕੇ ਛਪਣ ਵਿੱਚ ਪਛੜਦੀ ਰਹੀ। ਇੱਕ ਹੋਰ ਜਿਹੜੀ ਗੱਲ ਉਹਨਾਂ ਨੇ ਕਹੀ ਆ ਕਿ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਆਪਣੀ ਰਿਪੋਰਟ ਸੀਗੀ
ਉਹ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕੀਤੀ ਗਈ। ਪੰਜਾਬ ਵਿਧਾਨ ਸਭਾ ਨੇ ਮਨਜ਼ੂਰ ਕਰ ਲਈ, ਪਰ ਬਾਵਜੂਦ ਇਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ ਗਿਆ। ਇੱਥੇ ਤੁਹਾਡੇ ਚੇਤਿਆਂ ਵਿੱਚ ਵਸਿਆ ਹੋਇਆ ਹੋਣਾ, ਪਰ ਦੁਹਰਾਣਾ ਜਿਹੜਾ ਮੈਨੂੰ ਮਜਬੂਰੀ ਆ, ਕਿਉਂਕਿ ਅਦਰਵਾਈਜ਼ ਕਿਉਂਕਿ ਆਪਾਂ ਇਹ ਕਹਿ ਲਈਏ ਕਿ ਜਦੋਂ ਅਜਿਹੀਆਂ ਘਟਨਾਵਾਂ ਆਪਾਂ ਮੁੜ ਚੇਤੇ ਕਰਦੇ ਹਾਂ ਤਾਂ ਸਾਡੇ ਜ਼ਖਮੱਲੇ ਹੁੰਦੇ ਆ ਕਿ ਜੂਨ 2015 ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੁਝ ਸਰੂਪ ਚੋਰੀ ਹੋਏ ਸੀਗੇ, ਜਿਨ੍ਹਾਂ ਦੇ ਅੰਗ ਨਾਲੀਆਂ ਵਿੱਚ ਖਿੰਡਰੇ ਹੋਏ ਮਿਲੇ ਸਨ। ਤੇ ਜੋ ਜਾਂਚ ਆਈ ਸੀ ਉਹਦੇ ਵਿੱਚ ਸਾਹਮਣੇ ਆਇਆ ਸੀ ਕਿ ਇਹ ਸਾਰਾ ਕੁਝ ਜਿਹੜਾ ਆ ਸਾਜ਼ਿਸ਼ ਸੀ ਡੇਰਾ ਸਿਰਸਾ ਸਾਧ ਦੀ। ਇਸ ਤੋਂ ਵੀ ਅੱਗੇ ਜੇ ਫਿਰ ਆਪਾਂ ਕਹੀਏ ਤਾਂ ਪੰਜਾਬ ਸਰਕਾਰ ਜਿਹੜੀ ਉਸ ਸਮੇਂ ਦੀ ਅਕਾਲੀ ਭਾਜਪਾ ਸਰਕਾਰ ਸੀ, ਉਹਨਾਂ ਵੱਲੋਂ ਜਸਟਿਸ ਜੋਰਾ ਸਿੰਘ ਕਮਿਸ਼ਨ ਬਣਾ ਦਿੱਤਾ ਗਿਆ। ਕਈ ਸਾਰੀਆਂ ਸਿੱਟ ਬਣਾਈਆਂ ਗਈਆਂ। ਸਿੱਟ ਦੀ ਰਿਪੋਰਟ ਜਿਹੜੀ ਆ ਉਹ ਹਾਈ ਕੋਰਟ 'ਚ ਗਈ, ਔਰ ਇੱਕ ਸਿੱਟ ਦੀ ਰਿਪੋਰਟ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਰੱਦ ਕਰ ਦਿੱਤੀ ਤੇ 3-4 ਸਿੱਟਾਂ ਜਿਹੜੀਆਂ ਬਣ ਚੁੱਕੀਆਂ। ਸਿੱਟਾਂ ਬਣਾਉਣ ਦੇ ਬਾਵਜੂਦ ਕੁਝ ਵੀ ਸਾਹਮਣੇ ਨਹੀਂ ਆਇਆ। ਪਰ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਦੀ ਰਿਪੋਰਟ ਜਿਹੜੀ ਵਿਧਾਨ ਸਭਾ 'ਚ ਪੇਸ਼ ਕੀਤੀ ਗਈ, ਵਿਧਾਨ ਸਭਾ ਨੇ ਜਿਸ ਨੂੰ ਐਕਸੈਪਟ ਕਰ ਲਿਆ, ਪਰ ਉੱਤੇ ਕੋਈ ਕਾਰਵਾਈ ਨਹੀਂ ਹੋਈ। ਹੁਣ ਉਹ ਸਾਰਾ ਕੁਝ ਜਿਹੜਾ ਆ ਪੁਸਤਕ ਰੂਪ ਵਿੱਚ ਆ ਗਿਆ ਤੇ ਇਹ ਸਾਰਾ ਕੁਝ ਜਨਤਕ ਹੋ ਗਿਆ। ਹੁਣ ਜਦੋਂ ਇਸ ਵੇਲੇ ਵਿਧਾਨ ਸਭਾ ਚੋਣਾਂ ਸਿਰ ਤੇ ਆ, ਤੇ ਮੈਂ ਇੱਥੇ ਇਹ ਵੀ ਚੇਤੇ ਕਰਾ ਦਾਂ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਜਦੋਂ ਹੋਈਆਂ ਸਨ ਤਾਂ ਕਾਂਗਰਸ ਪਾਰਟੀ ਨੇ 3-4 ਜਿਹੜੇ ਅਹਿਮ ਵਾਅਦੇ ਕੀਤੇ ਸੀ ਲੋਕਾਂ ਨਾਲ। ਉਹਨਾਂ ਵਿੱਚ ਇੱਕ ਇਹ ਵੀ ਸੀਗਾ ਕਿ ਬੇਅਦਬੀ ਦੇ ਜਿਹੜੇ ਦੋਸ਼ੀ ਆ ਉਹਨਾਂ ਨੂੰ ਬਖਸ਼ਿਆ ਨਹੀਂ ਜਾਵੇਗਾ, ਨਸ਼ਿਆਂ ਦੀ ਸਪਲਾਈ ਤੋੜਤੀ ਜਾਊਗੀ, ਜਾਂ ਫਿਰ ਜਿਹੜਾ ਕਰਜ਼ਾ ਮੁਆਫੀ ਆ ਉਹ ਮੁੱਦਾ ਸੀ ਵਿਸ਼ੇਸ਼, ਤੇ ਨਾਲ ਹੀ ਘਰ ਘਰ ਰੁਜ਼ਗਾਰ। ਸੋ ਨਸ਼ਿਆਂ ਦੀ ਸਪਲਾਈ ਕਿੰਨੀ ਕੁ ਟੁੱਟੀ ਆ ਇਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ, ਕਿਉਂਕਿ ਮੈਨੂੰ ਗੱਲ ਕਰਨੀ ਪੈਣੀ ਹੈ ਅਗਲੇ ਵਿਸ਼ੇ ਜਿਹੜਾ ਈਡੀ ਨੇ ਜਿਹੜੇ ਕੱਲ੍ਹ ਛਾਪੇਮਾਰੀ ਕੀਤੀ ਆ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰ, ਉਹ ਤੋਂ ਬਾਅਦ ਕੁਝ ਵੀ ਕਹਿਣ ਦੀ ਜਿਹੜੀ ਆ ਵਧੇਰੇ ਲੋੜ ਨਹੀਂ ਕਿ ਨਸ਼ਾ ਕਿ ਜਿਹੜੀ ਰੇਤ ਮਾਫੀਆ ਜਾਂ ਨਸ਼ਿਆਂ ਦੀ ਸਪਲਾਈ ਆ ਉਹ ਕਿੰਨੀ ਕੁ ਟੁੱਟੀ ਆ, ਇਹ ਤੁਹਾਡਾ ਜਿਹੜਾ ਸਾਰਿਆਂ ਦੇ ਸਾਹਮਣੇ ਆ। ਘਰ ਘਰ ਰੁਜ਼ਗਾਰ ਉਹ ਵੀ ਕਿਸੇ ਤੋਂ ਲੁਕਿਆ ਨਹੀਂ ਹੈ, ਜਾਂ ਫਿਰ ਕਿਸਾਨ ਜਿਹੜਾ ਕਰਜ਼ਾ ਮੁਆਫੀ ਉਹ ਵੀ ਇਹ ਕਿ ਜੇ ਕਿਸਾਨਾਂ ਸਿਰ 1 ਲੱਖ ਕਰੋੜ ਦਾ ਕਰਜ਼ਾ ਤਾਂ ਮਸਾਂ ਜਿਹੜਾ ਆ ਉਹ 4200 ਕਰੋੜ ਮਾਫ ਹੋਇਆ ਵਿੱਚੋਂ। ਸੋ ਹੁਣ ਜਦੋਂ ਜਸਟਿਸ ਰਣਜੀਤ ਸਿੰਘ ਦੀ ਪੁਸਤਕ ਨੇ ਸਾਰਾ ਕੁਝ ਚਿੱਟੇ ਦਿਨ ਬਾਅਦ ਸਾਫ਼ ਲਿਆਂਦਾ, ਤਾਂ ਹੁਣ ਇਹ ਜ਼ਿੰਮੇਵਾਰੀ ਬਣਦੀ ਆ ਨਿਆਂਪਾਲਿਕਾ ਦੀ ਜਾਂ ਸਰਕਾਰਾਂ ਦੀ ਕਿ ਉਹ ਦੋਸ਼ੀਆਂ ਨੂੰ ਕਟਹਿਰੇ ਵਿੱਚ ਖੜਾ ਕਰਨ ਤੇ ਸਜ਼ਾ ਦੇਣ। ਸੋ ਜਸਟਿਸ ਰਣਜੀਤ ਸਿੰਘ ਦੀ ਪੁਸਤਕ ਪੂਰੀ ਤਰ੍ਹਾਂ ਪੜ੍ਹਨ ਤੋਂ ਬਾਅਦ ਜਿਹੜੀ ਇਹ 'ਤੇ ਲੰਬੀ ਚਰਚਾ ਹੋ ਸਕੇਗੀ। ਪਰ ਹੁਣ ਜਿਹੜੇ ਉਹਨਾਂ ਨੇ 4 ਅਹਿਮ ਮੁੱਦੇ ਉਠਾਏ ਆ ਉਹ ਤੁਹਾਡੇ ਸਾਹਮਣੇ, ਸਰਕਾਰਾਂ ਸਾਹਮਣੇ, ਨਿਆਂਪਾਲਿਕਾ ਸਾਹਮਣੇ ਇੱਕ ਵੱਡਾ ਸਵਾਲ ਖੜਾ ਕਰਦੇ ਆ। ਤੇ ਮੇਰੇ ਮਨ 'ਚ ਹੁਣ ਇਹ ਖਿਆਲ ਆ ਰਿਹਾ ਕਿ ਜਦੋਂ ਜਸਟਿਸ ਰਣਜੀਤ ਸਿੰਘ ਨੇ ਪਾਣੀ ਦਾ ਪਾਣੀ ਤੇ ਦੁੱਧ ਦਾ ਦੁੱਧ ਕਰ ਦਿੱਤਾ, ਤਾਂ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਜਿਹੜੇ ਸਾਬਕਾ ਗ੍ਰਹਿ ਮੰਤਰੀ ਰਹੇ ਆ, ਉਹਨਾਂ ਨੇ ਜਿਹੜੀਆਂ ਸਹੁੰ ਖਾਧੀਆਂ ਸਨ ਕਿ ਜਿਨ੍ਹਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਆ ਜਾਂ ਇਹਨਾਂ ਘਟਨਾਵਾਂ ਵਿੱਚ ਸ਼ਾਮਲ ਆ, ਉਹਨਾਂ ਦਾ ਕੱਖ ਨਾ ਰਹੇ। ਸੋ ਸੁਖਬੀਰ ਸਿੰਘ ਬਾਦਲ ਦਾ ਇਹ ਕਹਿਣਾ ਕਿ ਸਹੁੰ ਖਾ ਕੇ ਕੱਖ ਨਾ ਰਹੇ ਜਾਂ ਅਕਾਲ ਤਖ਼ਤ ਸਾਹਿਬ ਤੇ ਪਛਤਾਵਾ ਪਰ ਅਰਦਾਸ ਕਰਨੀ, ਇਹ ਸਾਰਾ ਕੁਝ ਕਿੱਥੇ ਖੜਾ ਜਦੋਂ ਜਸਟਿਸ ਰਣਜੀਤ ਸਿੰਘ ਦੀ ਜਿਹੜੀ ਇਹ ਰਿਪੋਰਟ ਆ ਇਸ ਜਿਹੜਾ ਦੋਸ਼ ਆ ਸਾਰਾ ਦੇ ਸਾਰਾ ਉਹਨਾਂ ਉੱਤੇ ਲਿਆ ਰਹੀ ਆ। ਸੋ ਹੁਣ ਜਿਹੜਾ ਅਗਲੀ ਗੱਲ ਕਰਨੀ ਬਣਦੀ ਆਪਾਂ ਜਿਵੇਂ ਪਹਿਲਾਂ ਸੰਖੇਪ ਕੀਤਾ ਇਹ ਕਿ ਪੰਜਾਬ ਦੇ ਮੁੱਖ ਮੰਤਰੀ ਚਰਨ ਸਿੰਘ ਚੰਨੀ ਦੇ ਰਿਸ਼ਤੇਦਾਰ ਉਹਨਾਂ ਦੇ ਸਕੇ ਭਾਣਜੇ ਭੁਪਿੰਦਰ ਸਿੰਘ ਹਨੀ ਦੇ ਘਰ ਛਾਪਾ ਪਿਆ। ਉਹਨਾਂ ਦੇ ਘਰੋਂ ਜਾਂ ਉਹਨਾਂ ਦੇ ਜਿਹੜੇ ਸੰਬੰਧਿਤ ਲੋਕ ਆ ਉਹਨਾਂ ਦੇ ਘਰੋਂ 10.5 ਕਰੋੜ ਦੀ ਜਿਹੜੀ ਆ ਉਹ ਨਗਦੀ ਮਿਲੀ ਆ ਜਿਵੇਂ ਈਡੀ ਨੇ ਕਿਹਾ, ਤੇ ਨਾਲ 21 ਲੱਖ ਰੁਪਏ ਨਗਦ ਤੇ ਉਦੋਂ ਬਿਨਾਂ ਇੱਕ ਰੋਲੈਕਸ ਦੀ ਘੜੀ ਮਿਲੀ ਆ ਜਿਸ ਘੜੀ ਦੀ ਕੀਮਤ ਜਿਹੜੀ ਆ ਉਹ 12 ਲੱਖ ਆ। ਪਰ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਕੱਲ ਪ੍ਰੈਸ ਕਾਨਫਰੰਸ ਗਈ ਉਹਦਾ ਇੱਥੇ ਚਰਚਾ ਕਰਨੀ ਜਾਂ ਉਹਦੀ ਜਿਹੜੀ ਉਧੇੜਬੁਣ ਕਰਨੀ ਆ ਉਹ ਮੈਂ ਜ਼ਰੂਰੀ ਸਮਝਦਾ, ਕਿਉਂਕਿ ਕੱਲ ਜਦੋਂ ਚਰਨਜੀਤ ਸਿੰਘ ਚੰਨੀ ਪ੍ਰੈਸ ਕਾਨਫਰੰਸ ਕਰ ਰਹੇ ਸਨ ਤਾਂ ਉਹਨਾਂ ਦਾ ਜਿਹੜਾ ਚਿਹਰਾ ਆ ਉਹ ਪੂਰੀ ਤਰ੍ਹਾਂ ਉਤਰਿਆ ਹੋਇਆ ਸੀ। ਉਹ ਬੜੀ ਬੁਰੀ ਤਰ੍ਹਾਂ ਚਿੰਤਾ ਵਿੱਚ ਲੱਗ ਰਹੇ ਸਨ, ਬੁਖਲਾਹਟ ਵਿੱਚ ਸਨ। ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ, ਆਪਾਂ ਕਹਿ ਦਈਏ ਜਿਹੜੀ ਉਹ ਸਰੀਰ ਦੀ ਹੱਥਾਂ ਭਾਸ਼ਾ ਸੀ, ਉਹ ਪਹਿਲਾਂ ਨਾਲੋਂ ਬਿਲਕੁਲ ਵੱਖਰੀ ਸੀ। ਤੇ ਕੱਲ ਚਰਨਜੀਤ ਸਿੰਘ ਚੰਨੀ ਦੀ ਇਹ ਪਹਿਲੀ ਪ੍ਰੈਸ ਕਾਨਫਰੰਸ ਸੀਗੀ ਜਦੋਂ ਉਹਨਾਂ ਨੇ ਕੋਈ ਮਜ਼ਾਹੀਆ ਲਹਿਜੇ ਵਿੱਚ ਗੱਲ ਨਹੀਂ ਕੀਤੀ। ਨਹੀਂ, ਇਸ ਤੋਂ ਪਹਿਲਾਂ ਉਹ ਪ੍ਰੈਸ ਕਾਨਫਰੰਸ ਵਿੱਚ ਬੜੇ ਕੌਨਫੀਡੈਂਸ ਨਾਲ ਬੋਲਦੇ ਰਹੇ ਆ, ਜਾਂ ਉਹ ਹਮੇਸ਼ਾ ਕੋਈ ਨਾ ਕੋਈ ਹਲਕੀ ਫੁਲਕੀ ਗੱਲ ਕਰਕੇ ਪੱਤਰਕਾਰਾਂ ਨੂੰ ਹਸਾਉਂਦੇ ਰਹੇ ਆ। ਇਹੋ ਜਿਹੜਾ ਲਹਿਜਾ ਆ ਇਹ ਪ੍ਰਕਾਸ਼ ਸਿੰਘ ਬਾਦਲ ਦਾ ਵੀ ਹੁੰਦਾ ਸੀਗਾ। ਆਪਾਂ ਪਿਛਲੇ ਦਿਨ ਵੀ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਦੀ ਢਿਲਕਵੀਂ ਪੱਗ ਤੇ ਚਰਨ ਸਿੰਘ ਚੰਨੀ ਦੀ ਜਿਹੜੀ ਲੋਹੀ ਦੀ ਬੁੱਕਲ ਆ, ਇਹ ਦੋਹਾਂ ਵਿੱਚ ਕੋਈ ਨਾ ਕੋਈ ਜਿਹੜੀ ਸਾਂਝ ਤਾਂ ਉਹ ਹੈ।
ਪਰ ਇੱਥੇ ਗੱਲ ਕਰਨੀ ਬਣਦੀ ਆ ਫਿਰ ਪੂਰੇ ਵਿਸਥਾਰ ਵਿੱਚ ਚਰਨ ਸਿੰਘ ਚੰਨੀ ਦੀ ਪ੍ਰੈਸ ਕਾਨਫਰੰਸ ਦੀ ਉਹਨਾਂ ਨੇ ਇਹ ਜਿਹੜਾ ਕਿਹਾ, ਜਿਹੜੇ ਉਹਨਾਂ ਦੇ ਸੈਂਟੈਂਸ ਗਏ, ਆਪਾਂ ਉਹਨਾਂ ਨੂੰ ਜੇ ਵਿਚਾਰ ਕਰੀਏ ਤਾਂ ਇਹ ਉਹਨਾਂ ਦਾ ਇਹ ਕਹਿਣਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਵਿੱਚ ਤੋਂ ਪਾਸੇ ਕਰਨ ਲਈ ਸਾਰੀ ਜਿਹੜੀ ਸਾਜ਼ਿਸ਼ ਆ ਇਹ ਰਚੀ ਹੋਈ ਆ। ਇੱਕ ਸੈਂਟੈਂਸ ਜਿਹੜਾ ਆ ਇਹ ਬੜਾ ਕੁਝ ਬਾਰੇ ਸੰਕੇਤ ਕਰਦਾ। ਦੂਜਾ ਉਹਨਾਂ ਨੇ ਇਹ ਕਿਹਾ ਕਿ ਜਿਹੜਾ ਨਰਿੰਦਰ ਮੋਦੀ ਦੇਸ਼ ਦੇ ਪ੍ਰਧਾਨ ਮੰਤਰੀ ਜਦੋਂ ਆਏ ਸੇ 5 ਜਨਵਰੀ ਨੂੰ ਫਿਰੋਜ਼ਪੁਰ ਫੇਰੀ ਵੇਲੇ ਉਹਨਾਂ ਦੀ ਸੁਰੱਖਿਆ 'ਚ ਕੋਤਾਹੀ ਰਹੀ ਜਾਂ ਉਹਨਾਂ ਦਾ ਵਾਪਸ ਜਿਹੜਾ ਮੁੜ ਜਾਣਾ, ਉਹ ਸਾਰੇ ਕੁਝ ਦਾ ਖਮਿਆਜਾ ਭੁਗਤਣਾ ਪਿਆ। ਨਾਲ ਦੀ ਨਾਲ ਉਹਨੇ ਗੱਲ ਕੀਤੀ ਸੀ ਕਿ ਦਿੱਲੀ ਮੁੜ ਪੰਜਾਬ ਤੇ ਜਿਹੜੀ ਆ ਉਹ ਹਾਵੀ ਪੈਣ ਲੱਗੀ ਆ। ਪਰ ਇਹ ਤੋਂ ਅਗਲੀ ਗੱਲ ਜਿਹੜੀ ਕਰਨ ਵਾਲੀ ਬਣਦੀ ਆ, ਜਿਸ ਗੱਲ ਬਾਅਦ ਸ਼ਾਇਦ ਬਹੁਤ ਘੱਟ ਪੱਤਰਕਾਰਾਂ ਜਾਂ ਲੋਕਾਂ ਨੇ ਧਿਆਨ ਦਿੱਤਾ, ਉਹ ਇੱਕ ਉਹਨਾਂ ਦਾ ਸੈਂਟੈਂਸ ਬੜਾ ਚਰਚਾ ਵਿੱਚ ਆ ਕਿ ਉਹਨਾਂ ਨੇ ਇਹ ਕਿਹਾ ਕਿ ਉਹਨਾਂ ਨੂੰ ਪੰਜਾਬ ਵਿਧਾਨ ਸਭਾ ਦੇ ਚੋਣਾਂ ਵਿੱਚ ਜਿਹੜੇ ਪੇਪਰ ਭਰਨ ਤੋਂ ਵੀ ਰੋਕਿਆ ਜਾਣਾ। ਇਹ ਜਿਹੜਾ ਸੈਂਟੈਂਸ ਹੈ ਉਹਨਾਂ ਦਾ ਕਿ ਭਾਰਤੀ ਜਨਤਾ ਪਾਰਟੀ ਉਹਨਾਂ ਨੂੰ ਚੋਣ ਮੈਦਾਨ ਵਿੱਚੋਂ ਬਾਹਰ ਕਰਨਾ ਚਾਹੁੰਦੀ ਆ ਜਾਂ ਪੇਪਰ ਭਰਨ ਤੇ ਜਿਹੜਾ ਉਹਨਾਂ ਨੇ ਸਵਾਲ ਖੜਾ ਕੀਤਾ, ਇਹ ਬਹੁਤ ਵੱਡਾ ਇੱਕ ਸੰਕੇਤ ਆ, ਸਾਨੂੰ ਇਹ ਸੋਚਣ ਲਈ ਮਜਬੂਰ ਕਰ ਰਿਹਾ ਕਿ ਕੀ ਕਿਤੇ ਚਰਨਜੀਤ ਸਿੰਘ ਚੰਨੀ ਨੂੰ ਕੋਈ ਅਜਿਹੀ ਭਿਣਕ ਤਾਂ ਨਹੀਂ ਪੈ ਗਈ ਕਿ ਅਗਲੇ ਦਿਨਾਂ ਵਿੱਚ ਜਿਹੜੀ ਈਡੀ ਆ ਉਹਨਾਂ ਦੇ ਘਰ ਦਾ ਦਰਵਾਜ਼ਾ ਵੀ ਖੜਕਾ ਸਕਦੀ ਆ। ਫਿਰ ਇੱਥੇ ਇੱਕ ਹੋਰ ਜਿਹੜਾ ਸੈਂਟੈਂਸ ਉਹਨਾਂ ਨੇ ਕਿਹਾ ਉਹ ਇਹ ਕਿ ਮੈਂ ਡਰਨ ਵਾਲਾ ਨਹੀਂ। ਇਹ ਉਹਨਾਂ ਦੀ ਜਿਹੜੀ ਪੁਰਾਣੀ ਪਿਛਲੀ ਭਾਸ਼ਾ ਆ ਉਹ ਇਹੋ ਆ ਕਿ ਮੈਂ ਗਰੀਬ ਤਾਂ ਹਾਂ ਪਰ ਡਰਨ ਵਾਲਾ ਨਹੀਂ। ਪਰ ਉਂਝ ਮੈਂ ਇੱਥੇ ਜਿਹੜੀ ਆਪਾਂ ਤੁਹਾਡੇ ਸੋਰਸਾਂ ਦੀ ਗੱਲ ਕਰ ਲਈਏ, ਜਾਂ ਸਾਡੀ ਜਿਹੜੀ ਬਤੌਰ ਪੱਤਰਕਾਰੀ ਇੱਕ ਜਾਣਕਾਰੀ ਆ, ਇਹ ਕਿ ਉਹਨਾਂ ਦਾ ਭਾਣਜਾ ਮੋਹਾਲੀ ਦੇ ਉਸ ਪੌਸ਼ ਬਿਲਡਿੰਗ ਵਿੱਚ ਰਹਿੰਦਾ ਜਿੱਥੇ ਬਹੁਤ ਕਹਿੰਦੇ ਕਹਾਉਂਦੇ ਜਿਹੜੇ ਲੋਕ ਆ ਉਹ ਰਹਿੰਦੇ ਆ। ਤੇ ਨਾਲ ਹੀ ਨਾਲ ਸਾਡੇ ਸੂਤਰ ਇਹ ਵੀ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਦਾ ਭਾਣਜਾ ਜਿੱਥੇ ਰਹਿ ਰਿਹਾ ਉੱਥੇ ਰਾਤ ਬਰਾਤੇ ਅਕਸਰ ਹੂਟਰ ਵਾਲੀਆਂ ਗੱਡੀਆਂ ਜਿਹੜੀਆਂ ਆ ਉਹ ਗੇੜਾ ਲਾਉਂਦੀਆਂ ਰਹੀਆਂ। ਤੇ ਈਡੀ ਦੇ ਜਿਹੜੇ ਅੰਦਰਲੇ ਸੋਰਸ ਆ ਉਹ ਇਹ ਵੀ ਕਹਿੰਦੇ ਆ ਕਿ ਚਰਨਜੀਤ ਸਿੰਘ ਚੰਨੀ ਦੇ ਘਰ ਅਕਸਰ ਉਹਦੇ ਭਾਣਜੇ ਦੀ ਲੋਕੇਸ਼ਨ ਮਿਲਦੀ ਰਹੀ ਆ, ਜਦੋਂ ਕਿ ਚਰਨਜੀਤ ਸਿੰਘ ਚੰਨੀ ਦੇ ਉਲਟੇ ਕਹਿੰਦੇ ਆ ਕਿ ਉਹਨਾਂ ਦਾ ਜਿਹੜਾ ਭਾਣਜਾ ਆ ਉਹਦੇ ਥਹੁ ਪਤੇ ਬਾਰੇ ਮੈਨੂੰ ਪਤਾ ਨਹੀਂ, ਉਹ ਕੀ ਕਰਦਾ ਮੈਨੂੰ ਇਹ ਵੀ ਨਹੀਂ ਪਤਾ, ਉਹਦੇ ਕਾਰੋਬਾਰ ਬਾਰੇ ਵੀ ਮੈਨੂੰ ਜਿਹੜੀ ਆ ਉਹ ਭਿਣਕ ਨਹੀਂ ਹੈਗੀ। ਪਰ ਦੂਜੇ ਬੰਨੇ ਉਹਨਾਂ ਨੇ ਜਿਹੜੇ ਕੱਲ ਪ੍ਰੈਸ ਕਾਨਫਰੰਸ ਵਿੱਚ ਦੋ ਵੱਖ-ਵੱਖ ਤਰ੍ਹਾਂ ਦੇ ਬਿਆਨ ਦਿੱਤੇ ਆ। ਇੱਕ ਤਾਂ ਇਹ ਕਿ ਉਹਨਾਂ ਨੇ ਇਹ ਕਿਹਾ ਕਿ ਮੇਰੇ ਭਤੀਜੇ ਉੱਤੇ ਇਹ ਪੂਰਾ ਜ਼ੋਰ ਪਾਇਆ ਜਾਂਦਾ ਰਿਹਾ ਕਿ ਉਹ ਚਰਨਜੀਤ ਸਿੰਘ ਚੰਨੀ ਦਾ ਨਾਂ ਲੈ ਦੇਣ ਕਿ ਉਹ ਵੀ ਰੇਤ ਮਾਫੀਆ ਵਿੱਚ ਲਿਪਤ ਆ। ਤੇ ਦੂਜਾ ਉਹਨਾਂ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਬਿਲਕੁਲ ਨਹੀਂ ਪਤਾ ਕਿ ਪੁਲਿਸ ਜਿਹੜੀ ਉਹਨਾਂ ਦੇ ਭਤੀਜੇ ਭਾਣਜੇ ਨੂੰ ਕਿਸ ਥਾਂ ਤੇ ਲੈ ਗਈ। ਸੋ ਇਹ ਜਿਹੜੀਆਂ ਦੋ ਤਰ੍ਹਾਂ ਦੇ ਵੱਖ-ਵੱਖ ਤਰ੍ਹਾਂ ਦੇ ਬਿਆਨ ਆ, ਇਹ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਬੁਖਲਾਹਟ ਦਾ ਨਤੀਜਾ ਆ। ਪਰ ਨਾਲ ਇੱਕ ਉਹਨਾਂ ਨੇ ਹੋਰ ਗੱਲ ਕਹੀ ਬੜੀ ਜਿਹੜੀ ਮਹੱਤਵਪੂਰਨ ਆ, ਪਰ ਇਹ ਆਮ ਰੂਟੀਨ ਦੀ ਗੱਲ ਵੀ ਮੰਨੀ ਜਾ ਰਹੀ ਆ। ਉਹਨਾਂ ਨੇ ਕਿਹਾ ਕਿ ਮੈਨੂੰ ਫੜਨ ਜਾਂ ਮੇਰੇ ਭਾਣਜੇ ਸਮੇਤ ਦੂਜਿਆਂ ਨੂੰ ਅਦਾਲਤ ਵਿੱਚ ਪੇਸ਼ ਕਰਨ ਲਈ ਅਦਾਲਤ ਸਵੇਰੇ 6 ਵਜੇ ਤੱਕ ਖੁੱਲੀ ਰਹੀ। ਪਰ ਇੱਥੇ ਮੈਂ ਦੱਸ ਦੇਵਾਂ ਕਿ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੇ ਘਰ ਈਡੀ ਕੋਈ ਲਗਭਗ 22 ਘੰਟੇ ਤੱਕ ਰੁਕੀ ਰਹੀ। ਹੁਣ ਇੱਥੇ ਇੱਕ ਜਿਹੜੀ ਮੇਰੇ ਧਿਆਨ 'ਚ ਫਿਰ ਇੱਕ ਗੱਲ ਹੋਰ ਵੱਖਰੀ ਆ ਰਹੀ ਆ, ਉਹ ਇਹ ਕਿ ਚਰਨਜੀਤ ਸਿੰਘ ਚੰਨੀ ਨੇ ਇਹ ਵੀ ਕਿਹਾ ਕਿ ਈਡੀ ਵਾਲੇ ਜਾਣ ਲੱਗੇ ਇਹ ਕਹਿ ਗਏ ਕਿ ਪ੍ਰਧਾਨ ਮੰਤਰੀ ਦੀ ਫੇਰੀ ਨਾ ਭੁੱਲਣਾ। ਸੋ ਈਡੀ ਦਾ ਇਹ ਮਿਹਣਾ ਕਿ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਨਾ ਭੁੱਲਣਾ, ਤੇ ਇਹਨੂੰ ਜਦੋਂ ਆਪਾਂ ਜੋੜ ਕੇ ਦੇਖਦੇ ਹਾਂ ਪ੍ਰਧਾਨ ਮੰਤਰੀ ਦੇ ਉਸ ਤਾਨੇ ਨਾਲ ਜਿਹਦੇ ਵਿੱਚ ਕਿਹਾ ਸੀ ਉਹਨਾਂ ਨੇ ਕਿ ਆਪਣੇ ਮੁੱਖ ਮੰਤਰੀ ਨੂੰ ਕਹਿ ਦਿਓ ਕਿ ਮੈਂ ਜਾਨ ਬਚਾ ਕੇ ਸੇਫ ਆ ਗਿਆ। ਸੋ ਇਹ ਜਿਹੜਾ ਦੋਨਾਂ ਨੂੰ ਕਿਤੇ ਨਾ ਕਿਤੇ ਜੋੜ ਕੇ ਦੇਖਣਾ ਵੀ ਬਣਦਾ ਆ। ਤੇ ਚਰਨਜੀਤ ਸਿੰਘ ਚੰਨੀ ਵੱਲੋਂ ਇਹ ਸਾਰਾ ਕੁਝ ਪ੍ਰੈਸ ਕਾਨਫਰੰਸ ਵਿੱਚ ਕਹਿਣਾ, ਇਹਦੇ ਵੀ ਕਾਫੀ ਵੱਡੇ ਅਰਥ ਨੇ। ਤੇ ਇਹਦੇ ਨਾਲ ਆਪਾਂ ਇੱਕ ਹੋਰ ਗੱਲ ਇਹ ਕਰ ਲਈਏ ਕਿ ਚਰਨਜੀਤ ਸਿੰਘ ਚੰਨੀ ਨੂੰ ਸ਼ਾਇਦ ਇਹ ਭੁੱਲਣਾ ਨਹੀਂ ਸੀ ਚਾਹੀਦਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਸੋਨੀਆ ਗਾਂਧੀ ਨੂੰ ਮਿਲਣ ਗਏ ਸਨ, ਜਦੋਂ ਉਹਨਾਂ ਨੂੰ ਕੁਰਸੀ ਤੋਂ ਲਾਉਣ ਦੀ ਗੱਲ ਚੱਲਦੀ ਸੀਗੀ, ਤਾਂ ਕੈਪਟਨ ਅਮਰਿੰਦਰ ਸਿੰਘ ਇਹ ਕਹਿ ਕੇ ਆਏ ਸਨ ਕਿ ਉਹਨਾਂ ਦੇ ਕਈ ਸਾਰੇ ਵਿਧਾਇਕ ਅਤੇ ਮੰਤਰੀ ਮਾਫੀਆ ਵਿੱਚ ਦੀ ਸਰਪ੍ਰਸਤੀ ਕਰ ਰਹੇ ਆ। ਉਹਨਾਂ ਨੇ ਕਿਹਾ ਸੀ ਕਿ ਮੈਂ ਜਿਹੜੀ ਫਾਈਲ ਆ ਉਹ ਹਾਈ ਕਮਾਂਡ ਭਾਵ ਸੋਨੀਆ ਗਾਂਧੀ ਨੂੰ ਦੇ ਕੇ ਆਇਆ, ਪਰ ਮੈਨੂੰ ਇੰਝ ਲੱਗਦਾ ਕਿ ਅਮਰਿੰਦਰ ਸਿੰਘ ਜਿਹੜੀ ਫਾਈਲ ਆ ਇਹ ਸੋਨੀਆ ਗਾਂਧੀ ਨੂੰ ਦੇ ਕੇ ਨਹੀਂ ਸੀ ਆਏ, ਉਹ ਸਗੋਂ ਅਮਿਤ ਸ਼ਾਹ ਦੇ ਦਫ਼ਤਰ ਵਿੱਚ ਰੱਖ ਕੇ ਆਏ ਸੀਗੇ। ਸੋ ਜਿਹੜੀ ਇਹ ਫਾਈਲ ਕੈਪਟਨ ਅਮਰਿੰਦਰ ਸਿੰਘ ਦੇ ਕੇ ਆ ਰਹੇ ਸੀਗੇ ਉਹ 'ਤੇ ਜਿਹੜੀ ਕਾਰਵਾਈ ਆ ਇਹ ਹੋਣ ਲੱਗੀ ਆ। ਤੇ ਆਪਾਂ ਨੂੰ ਇਹਦੇ ਨਾਲ ਜੋੜ ਕੇ ਦੇਖਣਾ ਪਊਗਾ ਕੈਪਟਨ ਅਮਰਿੰਦਰ ਸਿੰਘ ਵੇਲੇ ਦੇ ਜਦੋਂ ਦਿਨ ਟੇਢੇ ਚੱਲ ਪਏ ਸੀਗੇ ਤਾਂ ਉਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਕਿਵੇਂ ਘੇਰਿਆ ਜਾਣ ਲੱਗਾ ਸੀਗਾ ਬਾਇਆ ਮਹਿਲਾ ਕਮਿਸ਼ਨ ਰਾਹੀਂ, ਉਹ ਵੀ ਸਾਰਾ ਕੁਝ ਇਹਦੇ ਨਾਲ ਜੋੜ ਕੇ ਦੇਖਿਆ ਜਾਣਾ ਬਣਦਾ ਆ। ਸੋ ਇਸ ਕਰਕੇ ਹੋ ਇਹ ਸਕਦਾ ਕਿ ਜਿਹੜੀ ਫਾਈਲਾਂ ਕੈਪਟਨ ਅਮਰਿੰਦਰ ਸਿੰਘ ਸੋਨੀਆ ਗਾਂਧੀ ਨੂੰ ਦੇ ਕੇ ਆਏ ਆ ਉਹ ਬਾਇਆ ਕਾਂਗਰਸ ਜਾਂ ਸਿੱਧੀਆਂ ਕੈਪਟਨ ਅਮਰਿੰਦਰ ਸਿੰਘ ਰਾਹੀਂ ਅਮਿਤ ਸ਼ਾਹ ਦੇ ਕੋਲ ਪੁੱਜ ਗਈਆਂ ਹੋਣ।
ਪਰ ਇੱਥੇ ਇੱਕ ਹੋਰ ਗੱਲ ਕਰਨੀ ਬਣਦੀ ਆ ਉਹ ਇਹ ਕਿ ਚਰਨਜੀਤ ਸਿੰਘ ਚੰਨੀ ਦੀ ਜੇ ਰੇਤ ਮਾਫੀਆ ਵਿੱਚ ਸਿੱਧੀ ਸ਼ਮੂਲੀਅਤ ਨਾ ਵੀ ਮੰਨੀ ਜਾਵੇ, ਪਰ ਜਦੋਂ ਆਮ ਆਦਮੀ ਪਾਰਟੀ ਨੇ ਕੁਰਾਲੀ ਵਿੱਚ ਸਟਿੰਗ ਆਪਰੇਸ਼ਨ ਕਰਕੇ ਜਿਹੜੀ ਨਜਾਇਜ਼ ਰੇਤੇ ਦੀ ਖਨਨ ਆ ਉਹਨੂੰ ਸਾਹਮਣੇ ਲਿਆਂਦਾ ਸੀ, ਤਾਂ ਘੱਟੋ ਘੱਟ ਉਸ ਵੇਲੇ ਚਰਨਜੀਤ ਸਿੰਘ ਚੰਨੀ ਨੂੰ ਖਬਰਦਾਰ ਹੋ ਜਾਣਾ ਚਾਹੀਦਾ ਸੀਗਾ। ਘੱਟੋ ਘੱਟ ਉਹਨਾਂ ਨੂੰ ਆਪਣੇ ਜਿਹੜੇ ਜਾਣਕਾਰ ਆ, ਰਿਸ਼ਤੇਦਾਰ ਆ, ਜਿਹੜੇ ਉਸ ਸਟਿੰਗ ਆਪਰੇਸ਼ਨ ਸਾਹਮਣੇ ਆਏ ਸੀਗੇ, ਤਾਂ ਉਹਨਾਂ ਨੂੰ ਦਬਕਣਾ ਜ਼ਰੂਰ ਚਾਹੀਦਾ ਸੀਗਾ। ਸੋ ਚਰਨਜੀਤ ਸਿੰਘ ਚੰਨੀ ਦੀ ਜਿਹੜੀ ਆਪਾਂ ਇਹ ਕਹਿ ਲਈਏ ਕਿ ਮੁੱਖ ਮੰਤਰੀ ਬਣ ਕੇ ਇੱਕ ਜਿਹੜੀ ਓਪਰੀ ਪਹੁੰਚ ਆ, ਜੋ ਉਹਨਾਂ ਨੇ ਜਦ ਆਪਾਂ ਇਹ ਕਹਿ ਲਈਏ ਕਿ ਅਲਗਰਜੀਪੁਣਾ ਵਰਤਿਆ, ਜਾਂ ਉਹਨਾਂ ਨੇ ਇਹ ਕਹਿ ਲਈਏ ਕਿ ਜਿਵੇਂ ਉਹ ਉਲਰ ਕੇ ਸਾਰਾ ਕੁਝ ਕਰਦੇ ਰਹੇ ਆ, ਉਸ ਵੇਲੇ ਉਹਨਾਂ ਨੇ ਜੋ ਉਹਨਾਂ ਨੂੰ ਸੀਰੀਅਸਨੈਸ ਚਾਹੀਦੀ ਸੀ, ਜੋ ਗੰਭੀਰਪੁਣਾ ਚਾਹੀਦਾ ਸੀਗਾ, ਉਹ ਉਹਨਾਂ ਨੇ ਨਹੀਂ ਵਰਤਿਆ। ਪਰ ਜੋ ਉਹਨਾਂ ਦੀ ਕੱਲ੍ਹ ਦੀ ਪ੍ਰੈਸ ਕਾਨਫਰੰਸ ਆ ਜਾਂ ਹਾਲਾਤ ਲੱਗਦੇ ਆ ਉਹ ਇਹ ਕਿ ਅਗਲੇ ਦਿਨੀ ਈਡੀ ਬਖਸ਼ਣ ਵਾਲੀ ਨਹੀਂ। ਪਰ ਗੱਲ ਇੱਥੇ ਇੱਕ ਮੈਂ ਦੂਜੇ ਐਂਗਲ ਤੋਂ ਵੀ ਕਰਨਾ ਚਾਹੁੰਦਾ ਕਿ ਭਾਰਤੀ ਜਨਤਾ ਪਾਰਟੀ ਦਾ ਇਹ ਕਿਰਦਾਰ ਰਿਹਾ ਕਿ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸੂਬਿਆਂ ਵਿੱਚ ਜਿਹੜੀ ਈਡੀ ਆ ਉਹਨੂੰ ਵਰਤਿਆ ਜਾਵੇ। ਮੈਨੂੰ ਇੰਝ ਵੀ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਇਸ ਵੇਲੇ ਅਫਸੋਸ ਆ ਕਿ ਜਿੰਨਾ ਕੁ ਝਾੜ ਦਲ ਬਦਲੀ ਦਾ ਪੈਣਾ ਸੀ ਉਹ ਝਾੜ ਝੜਿਆ ਨਹੀਂ। ਪ੍ਰਧਾਨ ਮੰਤਰੀ ਦੀ ਫਿਰੋਜ਼ਪੁਰ ਦੀ ਫੇਰੀ ਵੇਲੇ ਜੇ ਉਹ ਸੰਬੋਧਨ ਕਰਦੇ, ਉਸ ਵੇਲੇ ਕੁਝ ਜਿਹੜੇ ਮੰਤਰੀ ਸ਼ੰਤਰੀ ਕਾਂਗਰਸ ਦੇ ਉਹ ਸ਼ਾਮਲ ਹੋ ਜਾਂਦੇ, ਤਾਂ ਸ਼ਾਇਦ ਭਾਜਪਾ ਨੂੰ ਇੰਨਾ ਗੁੱਸਾ ਜਿਹੜਾ ਮਨ ਵਿੱਚ ਉਹ ਨਾ ਰਹਿੰਦਾ। ਤੇ ਮੈਂ ਇੱਥੇ ਦੱਸਦਾ ਕਿ ਇੱਕ ਵਾਰੀ ਇੱਕ ਮੂਵ ਚੱਲੀ ਸੀ, ਅਸੀਂ ਤੁਹਾਡੇ ਨਾਲ ਸਾਂਝੀ ਪਾਈ ਸੀ ਕਿ ਪੰਜਾਬ ਕਾਂਗਰਸ ਦੇ ਕਈ ਮੰਤਰੀ, ਤੇ ਆਪਾਂ ਜੇ ਸੱਚ ਕਹਿ ਦਈਏ ਇਹ ਤਾਂ 46 ਦੇ ਕਰੀਬ ਜਿਹੜੇ ਵਿਧਾਇਕ ਆ ਉਹ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਨੂੰ ਤਿਆਰ ਸੀਗੇ। ਪਰ ਇਹ ਸਾਰਾ ਕੁਝ ਅੜ ਗਿਆ ਉਸ ਵੇਲੇ ਜਦੋਂ ਪ੍ਰਧਾਨ ਮੰਤਰੀ ਦੀ ਫੇਰੀ ਜਿਹੜੀ ਆ ਉਹ ਸਿਰੇ ਨਾਲ ਚੜੀ, ਜਾਂ ਆਪਾਂ ਦੂਜੇ ਸ਼ਬਦਾਂ ਵਿੱਚ ਇਹ ਕਹਿ ਲਈਏ ਕਿ ਪ੍ਰਧਾਨ ਮੰਤਰੀ ਦੀ ਰੈਲੀ ਨੂੰ ਹੁੰਗਾਰਾ ਨਹੀਂ ਮਿਲਿਆ, ਜਾਂ ਜਿਹੜੇ ਕਾਂਗਰਸੀ ਤੇ ਅਕਾਲੀ ਉਹ ਇਹ ਸਮਝਣ ਲੱਗ ਗਏ ਸਨ ਕਿ ਹਾਲੇ ਤੱਕ ਤਾਂ ਕੁਝ ਹੋਇਆ ਨਹੀਂ ਤੇ ਹੁਣ ਹੋਣਾ ਵੀ ਨਹੀਂ। ਪਰ ਕਾਂਗਰਸ ਨੂੰ ਜਾਂ ਅਕਾਲੀ ਦਲ ਨੂੰ ਇਹ ਸੁਚੇਤ ਹੋਣਾ ਚਾਹੀਦਾ ਸੀਗਾ ਕਿ ਜੋ ਕੁਝ ਭਾਰਤੀ ਜਨਤਾ ਪਾਰਟੀ ਝਾੜਨਾ ਚਾਹੁੰਦੀ ਸੀ, ਜਿੰਨਾ ਕੁ ਜਿਹੜਾ ਉਤਪਾਦਨ ਆ ਉਹ ਨਹੀਂ ਆਇਆ, ਉਹਦਾ ਗੁੱਸਾ ਜਿਹੜਾ ਆ ਉਹ ਭਾਰਤੀ ਜਨਤਾ ਪਾਰਟੀ ਕੱਢ ਸਕਦੀ ਆ। ਤੇ ਹੁਣ ਵੀ ਇਹ ਗੱਲ ਜਿਹੜੀ ਆ ਸੁਚੇਤ ਹੋਣ ਦੀ ਲੋੜ ਆ, ਜਾਂ ਜਿਹੜੇ ਕਾਂਗਰਸੀ ਲੀਡਰ ਆ ਉਹਨਾਂ ਨੂੰ ਜਾਂ ਅਕਾਲੀ ਆ ਉਹਨਾਂ ਨੂੰ ਚੇਤੰਨ ਹੋਣ ਦੀ ਲੋੜ ਆ। ਕਿਉਂਕਿ ਇੱਥੇ ਮੈਂ ਫਿਰ ਸਪਸ਼ਟ ਕਰਦਾ ਕਿ ਆਪਾਂ ਇਹ ਕਹਿ ਦਈਏ ਕਿ ਰੇਤ ਮਾਫੀਆ ਜਿਹੜਾ ਉਹਦੇ ਨਾਲ ਸਿਰਫ ਕਾਂਗਰਸ ਦਾ ਨਾਂ ਜੁੜਦਾ ਜਾਂ ਅਕਾਲੀਆਂ ਦਾ ਨਾਂ ਜੁੜਦਾ ਨਹੀਂ। ਉਹ ਸਾਰੇ ਵਿਧਾਇਕ ਜਿਨ੍ਹਾਂ ਦੇ ਹਲਕਿਆਂ ਵਿੱਚ ਹੀ, ਜਿਨ੍ਹਾਂ ਦੇ ਜ਼ਿਲ੍ਹਿਆਂ ਵਿੱਚ ਖੱਡਾਂ ਨੇ ਰੇਤ ਦੀਆਂ, ਉਹਨਾਂ ਸਾਰਿਆਂ ਦੀ ਸਰਪ੍ਰਸਤੀ ਲਗਭਗ ਰਾਜਨੀਤਿਕ ਨੇਤਾ ਕਰ ਰਹੇ ਆ, ਪਾਰਟੀ ਕਿਸੇ ਦੀ ਵੀ ਹੋਣ। ਸੋ ਬਹੁਤ ਸਮਾਂ ਪਹਿਲਾਂ ਇਹ ਸੁਚੇਤ ਹੋਣ ਦੀ ਲੋੜ ਸੀ, ਪਰ ਹੁਣ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰਾ ਕੁਝ ਟਲ ਗਿਆ। ਪਰ ਇਹ ਗੱਲ ਜ਼ਰੂਰ ਕਹਾਂਗੇ ਕਿ ਡੁੱਲੇ ਵੀਰਾਂ ਦਾ ਕੁਝ ਨਹੀਂ ਵਿਗੜਿਆ। ਜਿਹੜੇ ਆਪਣੀ ਜਾਨ ਬਚਾਉਣ ਲਈ, ਜਿਨ੍ਹਾਂ ਨੂੰ ਪਤਾ ਕਿ ਉਹਨਾਂ ਦੀਆਂ ਫਾਈਲਾਂ ਈਡੀ ਕੋਲੇ ਪਹੁੰਚ ਗਈਆਂ, ਉਹ ਘੱਟੋ ਘੱਟ ਇਸ ਵੇਲੇ ਵੀ ਸੰਭਲ ਸਕਦੇ ਆ। ਜਾਂ ਤਾਂ ਪਹਿਲਾਂ ਇਹ ਚੱਲਦੇ ਕਿ ਆਪਣਾ ਜਿਹੜਾ ਕਿਰਦਾਰ ਆ, ਆਪਣਾ ਜਿਹੜਾ ਦਾਮਨ ਆ, ਪੱਲਾ ਆ, ਉਹ ਸਾਫ਼ ਸੁਥਰਾ ਰੱਖਦੇ। ਪਰ ਜੇ ਨਹੀਂ ਤਾਂ ਹੁਣ ਉਹਨਾਂ ਨੂੰ ਆਪਣੀ ਸਕਿਨ ਬਚਾਉਣ ਲਈ ਮਾਈ ਬਾਪ ਤਾਂ ਭਾਰਤੀ ਜਨਤਾ ਪਾਰਟੀ ਨੂੰ ਕਹਿਣਾ ਹੀ ਪਊਗਾ। ਆਖਰੀ ਤੌਰ 'ਤੇ ਜਿਹੜਾ ਆਪਾਂ ਗੱਲ ਕਰਾਂਗੇ ਉਹ ਕਿਸਾਨਾਂ ਬਾਰੇ ਕਿ ਕਿਸਾਨ ਜਿਹੜੇ ਆ ਉਹ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਕੁਝ ਸਰਗਰਮ ਹੋਣ ਲੱਗੇ ਆ। ਪਿਛਲੇ ਦਿਨੀ ਕਿਸਾਨ ਮੋਰਚੇ ਵੱਲੋਂ, ਸੰਯੁਕਤ ਸਮਾਜ ਮੋਰਚੇ ਵੱਲੋਂ ਪਹਿਲਾਂ 10 ਸੀਟਾਂ ਦਾ ਐਲਾਨ ਕੀਤਾ ਗਿਆ ਸੀ, ਫਿਰ 20 ਸੀਟਾਂ ਦਾ ਕਰਤਾ ਗਿਆ। ਗੁਰਨਾਮ ਸਿੰਘ ਚੜੂਨੀ ਹੁਣ ਜਿਹੜੇ ਉਹਨਾਂ ਦੇ ਭਾਈ ਵਾਲੇ ਆ ਉਹ ਵੀ ਜਿਹੜੀਆਂ ਸੀਟਾਂ ਦਾ ਐਲਾਨ ਕਰਨ ਲੱਗੇ ਆ। ਤੇ ਸੰਯੁਕਤ ਸਮਾਜ ਮੋਰਚੇ ਨੇ ਕੱਲ 17 ਸੀਟਾਂ ਦਾ ਹੋਰ ਐਲਾਨ ਕਰ ਦਿੱਤਾ। ਤੇ ਪਤਾ ਇਹ ਲੱਗਾ ਕਿ ਸੰਯੁਕਤ ਸਮਾਜ ਮੋਰਚਾ ਸਰਗਰਮ ਹੋਣ ਲੱਗਾ। ਮੈਨੂੰ ਇੱਥੇ ਇੱਕ ਬੜੀ ਉਦਾਹਰਨ ਗੱਲ ਚੇਤੇ ਆ ਰਹੀ ਆ ਕਿ ਪੁਰਾਣੇ ਜ਼ਮਾਨੇ ਵਿੱਚ, ਸ਼ਾਇਦ ਹੁਣ ਦੀ ਪੀੜ੍ਹੀ ਨੂੰ ਨਾ ਪਤਾ ਹੋਵੇ, ਕਿ ਪਲਟਵਾਂ ਹਲ ਚਲਾਇਆ ਜਾਂਦਾ ਸੀ। ਪਲਟਵਾਂ ਹਲ ਭਾਵ ਦੋ ਤਰ੍ਹਾਂ ਦੇ ਹਲ ਸੀ। ਇੱਕ ਤਾਂ ਹਲ ਉਹ ਹੁੰਦਾ ਸੀ ਜਿਹਦੇ ਨਾਲ ਸਿਆਰ ਕੱਢੇ ਜਾਂਦੇ ਸੀਗੇ, ਤੇ ਪਲਟਵਾਂ ਹਲ ਉਹ ਹੁੰਦਾ ਸੀ ਕਿ ਜਿਹੜਾ ਮਿੱਟੀ ਥੱਲੇ ਦੀ ਉੱਪਰ ਕਰਦਾ ਸੀਗਾ। ਸੋ ਮੈਨੂੰ ਇੰਝ ਲੱਗਦਾ ਕਿ ਕਿਸਾਨਾਂ ਨੇ ਇਸ ਵਾਰ ਜਿਹੜਾ ਆ ਉਹ ਪਲਟਵਾਂ ਹਲ ਜੋੜ ਲਿਆ। ਸਾਡੇ ਜਿਹੜੀ ਜਾਣਕਾਰੀ ਸਾਨੂੰ ਮਿਲੀ ਆ ਸਾਡੇ ਵੱਖ-ਵੱਖ ਸਰੋਤਾਂ ਤੋਂ ਇਹ ਕਿ ਸੰਯੁਕਤ ਸਮਾਜ ਮੋਰਚਾ ਘਰ ਘਰ ਜਾ ਕੇ ਸੰਪਰਕ ਕਰਨ ਲਈ ਪੂਰਾ ਸਰਗਰਮ ਹੋ ਗਿਆ। ਕੱਲ ਕਈ ਜ਼ਿਲ੍ਹਿਆਂ ਤੋਂ ਜਿਹੜੀ ਰਿਪੋਰਟਾਂ ਮਿਲੀਆਂ, ਇੱਕ ਜਿਹੜਾ ਲੀਡਰ ਜਿਹੜੇ ਉਮੀਦਵਾਰ ਐਲਾਨੇ ਗਏ ਆ ਉਹਨਾਂ ਨੇ 20 ਤੋਂ ਲੈ ਕੇ 25-30 ਤੱਕ ਜਿਹੜੀਆਂ ਨਿੱਕੀਆਂ ਰੈਲੀਆਂ ਕੀਤੀਆਂ, ਆਪਾਂ ਕਿ ਨੁੱਕੜ ਮੀਟਿੰਗਾਂ ਕੀਤੀਆਂ, ਜਾਂ ਉਹ ਵੱਡੀ ਗਿਣਤੀ ਲੋਕਾਂ ਦੇ ਘਰਾਂ 'ਚ ਗਏ ਆ। ਸੋ ਇਸ ਵੇਲੇ ਰਲਾ ਮਿਲਾ ਕੇ ਜਿਹੜੀ ਗੱਲ ਉਹ ਸਿਆਸਤ ਭਖੀ ਹੋਈ ਆ। ਪਰ
ਜਿਹੜੀ ਆਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਹੁਰਮਤੀਆਂ ਦੀਆਂ ਘਟਨਾਵਾਂ ਨੂੰ ਲੈ ਕੇ ਜਾਂ ਜਿਹੜਾ ਉਹਨਾਂ ਦੋਸ਼ੀਆਂ ਨੂੰ ਸਾਹਮਣੇ ਲਿਆਉਣ ਨੂੰ ਲੈ ਕੇ ਜਿਹੜੀ ਕਿਤਾਬ ਲਿਖੀ ਗਈ ਆ ਉਹਦੀ ਚਰਚਾ ਜਿਹੜੀ ਕਰਨੀ ਬਹੁਤ ਜ਼ਰੂਰੀ ਸੀ, ਕਿਉਂਕਿ ਇਹ ਕਿਤਾਬ ਵਿੱਚ ਜੋ ਕੁਝ ਲਿਖਿਆ ਗਿਆ ਜਾਂ ਜਸਟਿਸ ਰਣਜੀਤ ਸਿੰਘ ਜਿਹੜੇ ਸੁਖਪਾਲ ਸਿੰਘ ਖਹਿਰਾ ਇਸ ਵੇਲੇ ਕਾਂਗਰਸ ਦੇ ਉਮੀਦਵਾਰ ਆ ਉਹਨਾਂ ਦੇ ਬੜੇ ਨਜ਼ਦੀਕੀ ਰਿਸ਼ਤੇਦਾਰ ਆ, ਉਹਨਾਂ ਨੇ ਜੋ ਕੁਝ ਸੱਚ ਸਾਹਮਣੇ ਲਿਆਂਦਾ ਉਹ ਤੋਂ ਸਬਕ ਸਿੱਖਣ ਦੀ ਲੋੜ ਵੀ ਆ ਤੇ ਸਰਕਾਰਾਂ ਜਾਂ ਨਿਆਂਪਾਲਕਾਂ ਨੂੰ ਵੀ ਚਾਹੀਦਾ ਕਿ ਉਹ ਇੱਥੇ ਜਿਹੜੀ ਢੁਕਵੀਂ ਕਾਰਵਾਈ ਆ ਉਹ ਜ਼ਰੂਰ ਕਰਨ ਤਾਂ ਕਿ ਲੋਕਾਂ ਦੇ ਹਿਰਦੇ ਸ਼ਾਂਤ ਹੋ ਜਾਣ। ਫਿਰ ਇੱਥੇ ਇਹ ਕਹਿਣਾ ਵੀ ਬਣਦਾ ਕਿ ਜਸਟਿਸ ਰਣਜੀਤ ਸਿੰਘ ਜਿਹੜੇ ਆ ਉਹ ਨਿਆਂਪਾਲਕਾਂ ਦਾ ਹਿੱਸਾ ਰਹੇ ਆ, ਉਹ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਸੇਵਾ ਮੁਕਤ ਜੱਜ ਆ। ਸੋ ਅੱਜ ਦੇ ਜਿਹੜੇ 3 ਅਹਿਮ ਟੌਪਿਕ ਆ ਉੱਤੇ ਤੁਹਾਡੇ ਨਾਲ ਜਿਹੜੀ ਖੁੱਲ੍ਹ ਕੇ ਚਰਚਾ ਕੀਤੀ ਗਈ ਆ। ਤੁਸੀਂ ਸਾਨੂੰ ਆਪਣੇ ਜਿਹੜੇ ਵਿਚਾਰ ਆ ਸਾਡੇ ਖਾਲ ਸਪੈਸ਼ਲ ਬਾਰੇ ਜ਼ਰੂਰ ਦੱਸਦੇ ਰਿਹਾ ਕਰੋ। ਤੁਹਾਡਾ ਜਦੋਂ ਹੁੰਗਾਰਾ ਮਿਲਦਾ ਤਾਂ ਸਾਡੇ ਜਿਹੜੇ ਹੌਸਲੇ ਆ ਉਹ ਬੁਲੰਦ ਹੁੰਦੇ ਆ। ਸਾਡਾ ਦਿਲ ਕਰਦਾ ਕਿ ਅਸੀਂ ਹੋਰ ਮਿਹਨਤ ਕਰਕੇ ਤੁਹਾਡੇ ਨਾਲ ਜਿਹੜਾ ਸੱਚੋ ਸੱਚ ਜਿਹੜਾ ਆ ਸਾਹਮਣੇ ਲੈ ਸਕੀਏ, ਝੂਠ ਤੇ ਸੱਚ ਦਾ ਜਿਹੜਾ ਆ ਉਹ ਨਿਤਾਰਾ ਕਰ ਸਕੀਏ। ਅੱਜ ਲਈ ਤੁਸੀਂ ਮੈਨੂੰ ਕਮਲਜੀਤ ਸਿੰਘ ਬਨੋਤ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ, ਸ਼ੁਕਰੀਆ, ਮਿਹਰਬਾਨੀ।